हावड़ा है, बाली जगह हो गया बाली, ये बाली है, डिस्ट्रिक्ट बाली है ना? हाँ डिस्ट्रिक्ट वाली नहीं, डिस्ट्रिक्ट हावड़ा ही है, डिस्ट्रिक्ट बाली है, डिस्ट्रिक्ट बाली कैसे हो गया? बाली तो आगे पहले जिला बाली इधर जिला हावड़ा है, जिला हावड़ा है। वाहिगुरू जी का खालसा वाहिगुरू जी की फतेह। थोड़ा नेड़े आ जाओ बेटा। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪ ਜੀ ਨੂੰ ਅਸੀਂ ਇੱਕ ਐਸੇ ਪਰਿਵਾਰ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜਿਹੜੇ ਸਿੱਖੀ ਨੂੰ ਇਕੱਲੇ ਦਿਲ ਤੱਕ ਨਹੀਂ ਸਮੋ ਕੇ ਰੱਖਿਆ, ਸਿੱਖੀ ਦੇ ਉੱਤੇ ਪਹਿਰਾ ਦੇ ਰਹੇ ਨੇ। ਤੇ ਇਹ ਉਹ ਪਰਿਵਾਰ ਹੈ ਜਿਹੜਾ ਆਦੀ ਸਿੱਖਾਂ ਦੇ ਵਿੱਚੋਂ ਪਰਿਵਾਰ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਵਰਸੋਇਆ ਹੋਇਆ ਪਰਿਵਾਰ ਹੈ। ਅਸੀਂ ਉਸ ਪਰਿਵਾਰ ਦੇ ਕੋਲ ਪਹੁੰਚੇ हैं, ਜਿਹੜਾ ਪਰਿਵਾਰ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਉਸ ਵੰਸ਼ ਨੂੰ ਅੱਗੇ ਤੋਰਿਆ ਸੀ ਤੇ ਮਹਾਰਾਜ ਨੇ ਬਚਨ ਕੀਤੇ ਸੀ ਇਸ ਪਰਿਵਾਰ ਦੇ ਨਾਲ ਅੱਜ ਤੋਂ 354 ਸਾਲ ਪਹਿਲਾਂ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਇਸ ਪਰਿਵਾਰ ਨੂੰ ਬਚਨ ਕੀਤੇ ਸੀ ਕਿ ਜੇ ਤੁਸੀਂ ਸਿੱਖੀ ਨੂੰ ਨਿਭਾਇਆ ਤੇ ਤੁਹਾਡੇ ਤੇ ਕਿਰਪਾ ਹੋਏਗੀ। ਔਲਾਦ ਨਹੀਂ ਸੀ, ਆਪਾਂ ਕਹਾਣੀਆਂ ਜਾਂ ਆਪਾਂ ਸਾਖੀਆਂ ਤਾਂ ਸੁਣਦੇ ਆ, ਪਰ ਜਦੋਂ ਸਾਖੀ ਦਾ ਅਰਥ ਹੁੰਦਾ ਗਵਾਹੀ ਦੇਣਾ, ਤੇ ਜਿਨ੍ਹਾਂ ਨੂੰ ਸਾਡੇ ਲੋਕ ਭੰਡਣ ਤੇ ਲੱਗੇ ਨੇ, ਇਦਾਂ ਤਾਂ ਹੋ ਹੀ ਨਹੀਂ ਸਕਦਾ ਜੀ। ਪਰ ਸਾਡੀ ਟੀਮ ਦੀ ਕੋਸ਼ਿਸ਼ ਰਹੀ ਹੈ, ਜੇ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਤੇ ਉਹ ਹੋਏ ਨੇ ਬਚਨ, ਸਾਨੂੰ ਉਹਨਾਂ ਪਰਿਵਾਰਾਂ ਤੱਕ ਗੁਰੂ ਸਾਹਿਬ ਜੀ ਆਪ ਲੈ ਕੇ ਜਾਣਗੇ। ਪੰਗੂ ਸਾਹਿਬ ਜੀ ਕਲਕੱਤੇ ਰਹਿੰਦੇ ਨੇ, ਇਹ ਸਾਨੂੰ ਇਸ ਪਰਿਵਾਰ ਤੱਕ ਲੈ ਕੇ ਆਏ ਨੇ ਤੇ ਇਸ ਪਰਿਵਾਰ ਦਾ ਇਤਿਹਾਸ ਕੀ ਹੈ, ਇਸ ਪਰਿਵਾਰ ਦਾ ਪਿਛੋਕੜ ਕੀ ਹੈ। ਅੱਜ ਕਲਕੱਤੇ ਦੇ ਅੰਦਰ, ਕਲਕੱਤੇ ਤੋਂ ਥੋੜੀ ਬਾਹਰ ਬਾਲੀ ਜਗ੍ਹਾ, ਬਿਲਕੁਲ ਗੰਗਾ ਦਾ ਕਿਨਾਰਾ ਤੁਸੀਂ ਦੇਖ ਰਹੇ ਹੋ। ਗੰਗਾ ਦੇ ਕਿਨਾਰੇ ਦੇ ਉੱਤੇ ਬਹੁਤ ਰਮਣੀਕ ਸਥਾਨ, ਸ਼ਾਇਦ ਹੀ ਜਿੱਥੇ ਕੋਈ ਭੁੱਲਿਆ ਵਿਸਰਿਆ ਸਾਡਾ ਪੰਜਾਬੀ ਆਉਂਦਾ ਹੋਵੇ, ਪਰ ਜ਼ਿਆਦਾ ਕਰਕੇ ਇਸ ਪਾਸੇ ਨਹੀਂ ਪਹੁੰਚ ਪਾਉਂਦੇ। ਇਹਦਾ ਅਸੀਂ ਆਪ ਜੀ ਨੂੰ ਸਾਰਾ ਇੱਥੇ ਦਾ ਜੋ ਨਕਸ਼ਾ ਹੈਗਾ, ਇੱਥੇ ਦਾ ਐਡਰੈਸ ਹੈਗਾ, ਉਹ ਵੀ ਪਾਵਾਂਗੇ ਤਾਂ ਕਿ ਸੰਗਤ ਅਗਰ ਦਰਸ਼ਨ ਕਰਨ ਆਉਂਦੀ ਹੈ ਤਾਂ ਇਸ ਪਰਿਵਾਰ ਨੂੰ ਆ ਕੇ ਮਿਲ ਸਕਦੀ ਹੈ। ਤੇ ਆਪ ਜੀ ਨੂੰ ਉਸ ਪਰਿਵਾਰ ਦੇ ਮੈਂਬਰਾਂ ਦੇ ਨਾਲ ਅਸੀਂ ਰੂਬਰੂ ਕਰਾਉਣ ਜਾ ਰਹੇ ਹਾਂ। ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤਾਂ ਕਿ ਉਹਨਾਂ ਵੀਰਾਂ ਤੱਕ ਪਹੁੰਚ ਸਕੇ, ਅਸੀਂ ਆਪਣੇ ਇਤਿਹਾਸ ਦੀਆਂ ਕੜੀਆਂ ਦੇ ਨਾਲ ਜੁੜੀਏ, ਜਿਹੜੀਆਂ ਕੜੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਜੁੜੀਆਂ ਹੋਈਆਂ ਨੇ। ਜੋ 350 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਪਰਿਵਾਰਾਂ ਦੇ ਉੱਤੇ ਥਾਪੜਾ ਦੇ ਕੇ ਬਚਨ ਕੀਤੇ ਸੀ, ਅੱਜ ਵੀ ਉਹ ਸਿੱਖੀ ਨਿਭਾ ਰਹੀਆਂ ਨੇ, ਅੱਜ ਵੀ ਉਹ ਸਿੱਖੀ ਦੇ ਉੱਤੇ ਪਹਿਰਾ ਦੇ ਰਹੀਆਂ ਨੇ। ਪਰ ਸਾਡੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਐਕਸੈਪਟ ਨਹੀਂ ਕੀਤਾ। ਮਰਦਾਂ ਦੇ ਵਿੱਚ ਜਿਹੜੇ ਸਿੱਖ ਵੀਰ ਨੇ, ਭਰਾ ਨੇ, ਉਹ ਸਿੱਖ ਨੇ, ਪਰ ਜਦੋਂ ਇਹਨਾਂ ਦੇ ਵਿਆਹ ਕੇ ਆਉਂਦੀਆਂ ਨੇ, ਭੈਣਾਂ ਵਿਆਹ ਕੇ ਆਉਂਦੀਆਂ ਨੇ, ਵਿਆਹ ਕਰਦੇ ਨੇ, ਤਾਂ ਉਹ ਦੂਜੇ ਪਰਿਵਾਰਾਂ ਵਿੱਚ ਕਰਨੇ ਪੈਂਦੇ ਨੇ, ਹਿੰਦੂ ਪਰਿਵਾਰਾਂ ਵਿੱਚ ਆਉਂਦੀਆਂ ਨੇ। ਹੌਲੀ ਹੌਲੀ ਸਮਾਂ ਲੱਗਦਾ ਉਹਨਾਂ ਨੂੰ, ਇੱਕਦਮ ਸਮਾਂ ਨਹੀਂ, ਕਿਉਂਕਿ ਉਹ ਮੱਤ ਜਿਹੜਾ ਪਹਿਲਾਂ ਮੱਤ ਲੈ ਕੇ ਆਉਂਦੀਆਂ ਨੇ, ਉਸ ਮੱਤ ਨੂੰ ਕੱਢਣ ਲਈ ਟਾਈਮ ਲੱਗਦਾ। ਪਰ ਫਿਰ ਵੀ ਇੰਨੇ ਵੱਡੇ ਜੱਦੂ ਜਹਿਦ ਦੇ ਵਿੱਚ ਵੀ ਇਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਮੈਂ ਆਪ ਜੀ ਨੂੰ, ਸਾਡੇ ਬਜ਼ੁਰਗ ਸਾਹਿਬ ਜੀ ਇੱਧਰ ਵੀ ਖੜੇ ਨੇ, ਆਪ ਜੀ ਦਾ ਸ਼ੁਭ ਨਾਮ ਜੀ? श्री नारायण सिंह। श्री नारायण सिंह। श्री नारायण सिंह जी। आप जी का नाम जी? आदित्य सिंह। आदित्य सिंह जी। आप जी का नाम जी? तेज नारायण सिंह। तेज नारायण सिंह। देखो, नाम दे पिछे सिंह शब्द पक्का जुड़िया होया है, कल्ला शब्द जुड़िया नहीं होया। ते ये शब्द दे पिछे इतिहास की है, ये असी श्री नारायण, हाँ जी, श्री नारायण सिंह जी तो पूछांगे। आप जी पूरी डिटेल गुरु तेग बहादुर साहब जी तो लेके हुण तक दी संकेत दे विचों जरूर दसना जी। हमारे जो पूर्वज जो थे, उनको कोई औलाद नहीं हो रही थी। उन्होंने बहुत पूजा पाठ किया, कोई फर्क नहीं पड़ा। तो किसी ने दसा जी भाई गुरु सिखों के गुरु आए हुए पटना साहब, तुसी जो है पटना साहब जाओ। तो उन्होंने प्रयाग से चल के पटना साहब आए, गुरु जी का बहुत सेवा किया, गुरु जी उनसे पसंद है। जब गुरु जी वहाँ से चलने के लिए तैयार हुए तो संकनंद बोले भाई सब अपने अपने घर चले जाओ, मैं भी यहाँ से और जगह जाऊँगा।
तो हमारे पूर्वजा जो है वो उन्होंने गए नहीं, वहाँ बैठे रह गए। तो बाबा जी ने, गुरु महाराज ने पूछा, भाई तुसी जाओ, तुसी क्यों बैठे हो? बोले है कि गुरु महाराज हमारे पीछे जो है कोई औलाद नहीं हो रही, हमारी इतनी उम्र हो गई है, हमारी को पुत्र का प्रदान दो। तो उन्होंने जो है आशीर्वाद दे दिया कि जा, तेरे घर में पुत्र का वरदान दिया। आगे चल के उनके 2 लड़के भय, फिर जो है आगे उनकी वंश रुक गई। उनका नाम क्या था जो सबसे पहले? जो सबसे पहले थे उनका था बिंदा सिंह जी। बाद तो उन्होंने भगत बिंदा सिंह जी बोल दिए। तो इसके बाद जो उनके 2 लड़के हुए वो खन्ना भगत और धन्ना भगत, ठीक है। बाद तो उनके जो है उम्र हो गए 45-55 साल के हो गए, कोई औलाद नहीं हुआ। तो उन्होंने फिर जो है उस समय 10वें गुरु पातशाह आए गुरु गोविंद सिंह जी, उनके पास में गए। उन्होंने उनकी बहुत सेवा की। सेवा करने के बाद में गुरु जी से प्रार्थना की कि हमारे को 9वें गुरु का आशीर्वाद मिला है तो हम लोग को भी आगे वंश नहीं बढ़ रही है। तो उन्होंने पूछा कि तू करता क्या? उन्होंने बोला कि देखिए हमारी तो पैसे की कोई कमी लोड नहीं है, सब कुछ है, औलाद नहीं हो रही है। तो बोले तू एक काम कर, पहले तू अपना गुटखा पानी नशा करना छोड़ दे और खालसा सज, अमृत छक खालसा सज। उन्होंने खालसा सजने के बाद में उन्होंने जो है आगे जो है वंश बढ़ने की जो है वरदान दे दिए। और साथ में ये भी कहे कि जब तक तू इस सिक्की में रहेगा आगे वंश बढ़ता जाएगा, नहीं तो कुछ न कुछ कमियाँ आ जाएगी। तो तू हर समय जो है सिक्की धर्म पर रहेगा। आज तब से लेके आज तक हम लोग सिक्की धर्म पर है। यहाँ पर भी हमारे कम से कम 200 संख्या में जो है परिवार है। बोले इसके बाद तो फिर हम लोग जो है इस धर्म को निभाते चले जा रहे हैं। लेकिन हमारी जो है उस समय जो है जो भी है शादी करके बच्चे लड़कियां आती थी, हिंदू घराने की आती रही। सिखों ने जो है हम लोगों को एक्सेप्ट नहीं किया। इस करके जो है हम लोग जो है 2 धर्म में आ गए क्योंकि मातृभाषा जो है बच्चों का हिंदी हो जाता है, अपन जो है पंजाबी हैं, सिख हो गए। इस करके जो है अब जो है हम लोग ये निभाते चले जा रहे हैं। और जहाँ जहाँ हम लोग का थां है वहाँ दरबार साहब बने हुए हैं। बनारस में भी है, कलकत्ते में भी है। ये है इस जगह की इतिहास। आप जी थोड़ा सा बताइए। हम लोग बाबा, आप जी की उम्र कितनी हो गई है? उम्र तो अभी हो गई है 87 साल। ठीक है। आप शुरू से परिवार जो आपके दादे परदादे जैसे अमृत छका हुआ है? अमृत छके, हमारे पिताजी भी छके थे, हमने भी छके थे। उसके आगे तो हम नहीं बोल सकते। उनका नाम था हरनारायण सिंह पिताजी का, और हमारा नाम है तेज नारायण सिंह। अच्छा, हमारे बच्चे हैं ये अदित सिंह, वो भी अमृत छके है। उनकी वाइफ है, वो हिंदू घराने से आई है, वो भी अमृत छकी है। वो गुरु मानते हैं, गुरु घर की सेवा करती है। हमारी देखो ਇਹ ਬਿਲਕੁਲ ਗੰਗਾ ਦੇ ਕਿਨਾਰੇ ਦੇ ਉੱਤੇ ਜਗ੍ਹਾ ਪੈਂਦੀ ਹੈ ਤੇ ਇੰਨੀ ਰਮਣੀਕ ਜਗ੍ਹਾ ਹੈ ਜਿਹੜੀ ਕਿ ਅਸੀਂ ਨੇ ਬਿਲਕੁਲ ਹੀ ਭੁਲਾ ਛੱਡੀ ਹੈ। 60 ਸਾਲ ਹੋ ਗਏ ਇਸ ਗੁਰਦੁਆਰਾ ਸਾਹਿਬ ਬਣੇ ਨੂੰ ਤੇ ਇਹ ਪਰਿਵਾਰ ਸੰਗਤ ਜੀ 60 ਸਾਲ ਤਾਂ ਗੁਰਦੁਆਰਾ ਸਾਹਿਬ ਬਣੇ ਨੂੰ ਹੋ ਗਏ, ਪਰ ਇਹ ਪਰਿਵਾਰ ਜਿੱਥੇ ਜਿੱਥੇ ਵੀ ਗਿਆ, ਜਿੱਥੇ ਜਿੱਥੇ ਵੀ ਇਹ ਪਰਿਵਾਰ ਚੱਲਦਾ ਗਿਆ, ਉੱਥੇ ਉੱਥੇ ਸਿੱਖੀ ਦੇ ਬੂਟੇ ਲਾਉਂਦਾ ਗਿਆ। ਸਿੱਖੀ ਦੇ ਨਾਲੋਂ ਟੁੱਟਿਆ ਨਹੀਂ, ਅਸੀਂ ਤੋੜਿਆ। ਅਸੀਂ ਇਹਨਾਂ ਨੂੰ ਗਲ ਦੇ ਨਾਲ ਨਹੀਂ ਲਾਇਆ, ਪਰ ਇਹ ਟੁੱਟੇ ਨਹੀਂ। ਇੱਥੇ ਪ੍ਰਚਾਰ ਵੀ ਕੋਈ ਨਹੀਂ ਹੋਇਆ। ਕਿਹੜਾ ਪ੍ਰਚਾਰਕ ਆ ਜਿਹੜਾ ਇੱਥੇ ਆਇਆ? ਜਾਂ ਕੋਈ ਇਦਾਂ ਦਾ ਸਾਡੀਆਂ ਸੰਸਥਾਵਾਂ ਵੱਲੋਂ ਭੇਜੇ ਗਏ ਹੁਣ ਵੀ ਜਾਓ ਇਹਨਾਂ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਪ੍ਰਚਾਰ ਕਰੋ, ਇਤਿਹਾਸ ਦਿਓ। ਆਉਂਦੇ ਨਹੀਂ ਜੀ ਕੋਈ ਪ੍ਰਚਾਰਕ? ਆਉਂਦੇ ਨੇ ਆਪਣੇ ਆਪ ਕੋਈ ਆ ਕੇ ਪ੍ਰਚਾਰ ਕਰਦਾ ਹੋਵੇ? नहीं ਕੋਈ ਨਹੀਂ ਪ੍ਰਚਾਰਕ ਆਉਂਦਾ। राम सिंह आए हुए थे, ਭਾਈ ਰਾਮ ਸਿੰਘ ਬਾਬਾ ਰਾਮ ਸਿੰਘ ਜੀ ਸਿੰਗੜੇ ਵਾਲੇ ਉਹ ਆਏ ਸੀ। ਉਸ ਤੋਂ ਪਹਿਲਾਂ ਕੋਈ ਜਿਵੇਂ ਕੋਈ ਪ੍ਰਚਾਰਕ ਆ ਕੇ ਕਿਤਾਬਾਂ ਦੇ ਕੇ ਜਾਂਦਾ ਹੋਵੇ ਜਾਂ ਕੋਈ ਆਪ ਜੀ ਨੂੰ ਦੱਸਦਾ ਹੋਵੇ ਇਤਿਹਾਸ ਬਾਰੇ, ਤੁਹਾਡੇ ਬੱਚਿਆਂ ਬਾਰੇ ਦੱਸਦਾ ਹੋਵੇ? एक आए थे ये अपना डॉक्टर सुखवंत सिंह, जिन्होंने 4 साल यहाँ सेवा की, उन्होंने प्रचार किया था। इस समय तो वो पूरे हो गए। अच्छा, उन्होंने इतिहास भी लिखा कुछ? नहीं, कोई इतिहास ਸਾਹਿਬ ਦਾ ਹੈਡ खाली ਗ੍ਰੰਥੀ ਭਾਈ ਸਤਨਾਮ ਸਿੰਘ ਕੇਸਗੜ੍ਹ ਸਾਹਿਬ ਵੀ ਆਏ ਸੀ ਇੱਥੇ 10-12 ਦਿਨ ਲਾ ਕੇ ਅੱਛਾ ਜੀ। ਉਹਨਾਂ ਨੇ ਵੀ ਕਰਿਆ।
ਗੁਰੂ ਘਰਾਂ 'ਚ ਇੱਥੇ ਪ੍ਰਚਾਰ ਕਰਿਆ वो डॉक्टर भी थे और प्रचारक भी थे, वे नानक सर से जुड़े हुए थे। उन्होंने ही राम सिंह को भेजा। ਉਹਨਾਂ ਨੇ ਰਾਮ ਸਿੰਘ ਨੂੰ ਭੇਜਿਆ। ਤੇ ਸੰਗਤ ਜੀ, ਸਭ ਤੋਂ ਵੱਡੀ ਲੋੜ ਸਾਨੂੰ ਅੱਜ ਹੈ ਕਿ ਇਹ ਪਰਿਵਾਰਾਂ ਨੂੰ ਗਲ ਦੇ ਨਾਲ ਲਾਉਣ ਦੀ। ਗੁਰੂ ਕੋਸ਼ਿਸ਼ ਕਰੇਗਾ ਜੀ। ਇਹ ਇਤਿਹਾਸ ਬਹੁਤ ਕੀਮਤੀ ਇਤਿਹਾਸ ਹੈ, ਜਿਹੜਾ ਸਾਨੂੰ ਜਾ ਕੇ ਪਿੰਡਾਂ ਵਿੱਚ ਜਾ ਕੇ ਜਿੱਥੇ ਗੁਰੂ ਸਾਹਿਬ ਦੇ ਵਰਸੋਏ ਹੋਏ ਪਰਿਵਾਰ ਨੇ, ਜੋ 350 ਸਾਲਾਂ ਤੋਂ ਸਿੱਖੀ ਸੰਭਾਲੀ ਬੈਠੇ ਨੇ, ਤੇ ਆਪਾਂ ਕਹਿੰਦੇ ਆ ਨਾ ਵੀ ਸਿੱਖੀ ਖਤਮ ਹੋ ਜੂਗੀ, ਇਹ ਭੁੱਲ ਜੋ ਵੀ ਸਿੱਖੀ ਖਤਮ ਹੋ ਜੂਗੀ, ਇਹ ਨਹੀਂ ਕਦੇ ਹੋ ਸਕਦਾ। ਹਾਂ, ਅਸੀਂ ਕਹਿੰਦੇ ਆ ਵੀ ਜੀ ਪੰਜਾਬ ਦੇ ਵਿੱਚ ਵੀ ਕਹਿੰਦੇ ਜੀ ਉਹ ਸਰਸੇ ਵਾਲੇ ਬਣ ਗਏ ਜੀ, ਉਹ ਬਿਆਸ ਵਾਲੇ ਬਣ ਗਏ ਜੀ, ਜਾਂ ਉਹ ਈਸਾਈ ਬਣ ਗਏ, ਤੇ ਜਿਹੜੇ ਬਕਾਊ ਹੁੰਦੇ ਨੇ ਉਹ ਬਣ ਸਕਦੇ ਨੇ। ਪਰ ਇਹ ਉਹ ਪਰਿਵਾਰ ਨੇ ਜਿਹੜੇ ਗੁਰੂ ਸਾਹਿਬ ਦੇ ਵਰਸੋਏ ਹੋਏ ਨੇ, ਜਿਨ੍ਹਾਂ ਦੇ ਅੰਦਰ ਕੁੱਟ ਕੇ ਸਿੱਖੀ ਭਰੀ ਹੋਈ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ, ਗੁਰਬਾਣੀ ਤੋਂ ਬਿਨਾ, ਆਪਣੇ ਵਿਰਸੇ ਤੋਂ ਬਿਨਾ ਹੋਰ ਪਾਸੇ ਨਹੀਂ ਜਾਂਦੇ। ਪਰ ਇਸ ਕਰਕੇ ਥੋੜੀ ਜੀ ਗਿਰਾਵਟ ਇਹ ਵੀ ਦੱਸਦੇ ਨੇ। ਉਹਦਾ ਕਾਰਨ ਇਹ ਆ, ਉਹ ਕਾਰਨ ਇਹ ਨਹੀਂ ਹੈ, ਇਹ ਮਜਬੂਰ ਨੇ, ਪਰ ਕਾਰਨ ਕਿਤੇ ਨਾ ਕਿਤੇ ਅਸੀਂ ਵੀ ਹੈ। ਕਿਉਂਕਿ ਗੁਰੂ ਸਾਹਿਬ ਜੀ ਨੇ ਕੀ ਕਿਹਾ ਸੀ ਕਿ ਸਿੱਖ ਕੋ ਕੰਨਿਆ ਦੇਵੇ, ਉਹਦੀ ਜਾਤ ਗੋਤ ਧਰਮ ਨਾ ਪਹਿਚਾਣੇ। ਮਹਾਰਾਜ ਨੇ ਕੀ ਕੀਤਾ ਸੀ? ਮਹਾਰਾਜ ਨੇ ਇਹੀ ਤਾਂ ਕੀਤਾ ਸੀ ਨਾ, ਜਿੰਨੇ ਸਾਰੇ ਆਪੋ ਆਪਣੇ ਜਾਤ ਗੋਤ ਸੀ, ਉਹਨੂੰ ਤੋੜ ਕੇ ਕਿਹਾ ਸੀ ਤੁਸੀਂ ਖਾਲਸੇ ਸੱਜ ਗਏ, ਤੇ ਤੁਸੀਂ ਆਪਣੇ ਰਿਸ਼ਤੇ, ਆਪਣਾ ਪਰਿਵਾਰ ਇਹਨਾਂ ਖਾਲਸਿਆਂ ਦੇ ਨਾਲ ਜੋੜਨਾ। ਪਰ ਅਸੀਂ ਉਸ ਪਾਸੇ ਜੋੜ ਨਹੀਂ ਪਾਏ। ਬਹੁਤ ਵੱਡੇ ਗੁਰਦੁਆਰਾ ਸਾਹਿਬ ਤਾਂ ਅਸੀਂ ਬਣਾ ਲਏ, ਪਰ ਜਿਹੜੇ ਸਿੱਖੀ ਨੂੰ ਸਾਂਭਿਆ ਜਿਨ੍ਹਾਂ ਨੇ, ਉਹਨਾਂ ਤੱਕ ਅਸੀਂ ਨਹੀਂ ਪਹੁੰਚ ਸਕੇ। ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਬਾਰੇ ਸੋਚੀਏ, ਉਹ ਇੰਨਾ ਸਿੱਖੀ 'ਚ ਜੁੜੇ ਹੋਏ ਨੇ, ਉਹਨਾਂ ਪਰਿਵਾਰਾਂ ਤੱਕ ਸਾਡੀ ਪਹੁੰਚ ਹੋਵੇ। ਤੇ ਗੁਰੂ ਕਿਰਪਾ ਕਰਨ ਜੀ, ਇਹ ਅਗਰ ਜਿਹੜੀਆਂ ਸੰਗਤਾਂ ਜਾਂ ਜਿਹੜੇ ਵੀਰ ਇਹਨਾਂ ਪਰਿਵਾਰ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ, ਜਿਹੜੇ ਪ੍ਰਚਾਰਕ ਕੋਈ ਆਉਣਾ ਚਾਹੁੰਦਾ, ਮੈਨੂੰ ਕਈ ਪ੍ਰਚਾਰਕ ਫੋਨ ਕਰਕੇ ਪੁੱਛਦੇ ਨੇ, ਅਸੀਂ ਜੀ 10-12 ਦਿਨ ਰਹਿ ਕੇ ਪ੍ਰਚਾਰ ਕਰ ਸਕਦੇ ਹਾਂ, ਤੇ ਮੈਂ ਇਹਨਾਂ ਦਾ ਨੰਬਰ ਦਵਾਂਗਾ, ਉਹ ਪ੍ਰਚਾਰਕ ਇਹਨਾਂ ਦੇ ਨਾਲ ਕੰਟੈਕਟ ਕਰਨ। ਤੇ ਦੂਜੀ ਗੱਲ ਮੇਰੀ ਬੇਨਤੀ ਇਹ ਹੈ ਕਿ ਉਹ ਚੀਜ਼ ਵੀਰ ਜਿਹੜੇ ਕਹਿੰਦੇ ਸੀ ਸਾਨੂੰ ਜੀ ਅਸੀਂ ਕਥਾ ਕਰਨ ਤਾਂ ਜਾਵਾਂਗੇ ਜੀ ਸਾਨੂੰ ਘੱਟੋ ਘੱਟ 20-30 ਹਜ਼ਾਰ ਰੁਪਇਆ ਬਣੂਗਾ, ਉਹ ਇੱਥੇ ਦੇਣ ਵਾਸਤੇ ਨਹੀਂ ਹੈਗਾ। ਇੱਥੇ ਪਿਆਰ ਤੇ ਸ਼ਰਧਾ ਤੇ ਵਿਸ਼ਵਾਸ ਅੰਦਰੋਂ ਹੈ। ਇਹ ਚਾਹੁੰਦੇ ਨੇ ਕਿ ਉਹ ਪ੍ਰਚਾਰਕ ਆਵੇ ਜਿਹੜਾ ਆ ਕੇ ਸਾਨੂੰ ਸਿੱਖੀ ਦੇ ਅਸੂਲਾਂ ਬਾਰੇ ਦੱਸੇ। ਉਹ ਨਾ ਆਵੇ ਜਿਹੜਾ ਆ ਕੇ ਵੀ ਹਾਂਜੀ ਮੈਨੂੰ ਤੱਤਾ ਪਾਣੀ ਕਰਕੇ ਦਿਓ, ਮੇਰੀ ਤੁਸੀਂ ਸੇਵਾ ਕਰੋ, ਮੇਰੇ ਅੱਗੇ ਪਿੱਛੇ ਕਰੋ। ਨਹੀਂ, ਮਨ ਮਾਰ ਕੇ ਦਿਲੋਂ ਆਵੇ ਪ੍ਰਚਾਰਕ, ਉਹ ਪ੍ਰਚਾਰਕ ਆਵੇ, ਇਹਨਾਂ ਵਿੱਚ ਰਹੇ, ਤੇ ਇਹ ਦੱਸਣਗੇ ਤੁਹਾਨੂੰ ਹੋਰ ਕਿੱਥੇ ਗੁਰੂ ਨਾਨਕ ਦੀ ਸਿੱਖੀ ਦਾ ਬੂਟਾ ਲੱਗਿਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। आपका क्या नाम है माता जी? नाम बताइए। शांति सिंह। शांति सिंह। अच्छा, ये जो है, हाँ जी, ये भी हिंदू घर से है। अच्छा। मगर हमारी माता जी गुरुमुखी सिखाई है। अच्छा। ग्रंथ साहिब जी भी पढ़ लेती है, वाह जी। अपना नित्य। अभी तो 8 दिन जाप चल रही है शहीदों के घर में, अभी आएंगे वो भी ਸ਼ਹੀਦੀ ਦਿਹਾੜੇ ਨੂੰ शहीदी दिहाड़ी ਨੂੰ समर्पित। हाँ, 8 दिन तक कर रही है। अच्छा। 5 दिन हो, आज 6वां दिन है। ਛੋਟੇ ਸਾਹਿਬਜ਼ਾਦਿਆਂ ਨੂੰ, ਵੱਡੇ ਸਾਹਿਬਜ਼ਾਦਿਆਂ ਦੀ ਯਾਦਾਂ हाँ। ਮਹਾਰਾਜ ਨੇ ਜਦੋਂ ਛੋਟੇ ਸਾਹਿਬਜ਼ਾਦੇ ਇਹਨਾਂ ਦਿਨਾਂ ਦੇ ਵਿੱਚ ਨੀਹਾਂ ਦੇ ਵਿੱਚ ਚਿਣੇ ਜਾ ਰਹੇ ਸੀ ਨਾ, ਤਾਂ ਸੂਬੇ ਨੇ ਕਿਹਾ ਸੀ, ਉਹ ਬੱਚਿਓ ਤੁਸੀਂ ਸੜ ਦੋ ਸਿੱਖੀ, ਨਹੀਂ ਤਾਂ ਇੱਲਾਂ ਆਉਣਗੀਆਂ, ਤੁਹਾਡੇ ਮਾਸ ਦੇ ਟੁਕੜੇ ਕਰਕੇ ਉੱਚੇ ਉੜਨਗੀਆਂ, ਤੇ ਤੁਹਾਡੇ ਮਾਸ ਦੇ ਟੁਕੜੇ ਦੂਰ ਤੱਕ ਗਿਰਨਗੇ। ਤੇ ਸਾਹਿਬਜ਼ਾਦੇ ਨੇ ਕਿਹਾ ਸੀ ਇਹੀ ਤਾਂ ਅਸੀਂ ਚਾਹੁੰਦੇ ਆ ਕਿ ਜਿੰਨੀ ਦੂਰ ਤੱਕ ਸਾਡੇ ਮਾਸ ਦੇ ਟੁਕੜੇ ਗਿਰਨਗੇ, ਉਨੀ ਦੂਰ ਤੱਕ ਲੰਗਰ ਚੱਲਣਗੇ। ਸੱਚ ਜਾਣਿਓ, ਤੇ ਕਿੱਥੇ ਪੰਜਾਬ ਤੇ ਕਿੱਥੇ ਕਲਕੱਤਾ ਤੇ ਕਿੱਥੇ ਇਹ ਪਰਿਵਾਰ ਸ਼ਾਇਦ ਬਹੁਤ ਘੱਟ ਹੋਣਗੇ ਜਿਹੜੇ ਫਤਿਹਗੜ੍ਹ ਸਾਹਿਬ ਹੀ ਗਏ ਹੋਣਗੇ। ਆਪ ਜੀ ਕਦੇ ਸਰਹੰਦ गए हैं? हाँ, सारे आप भी गए? इनके साथ गए हैं, इनके साथ दर्शन गए? कराए हैं। ये भी कह रहे अच्छा, पंगू साहब जी लेके गए सीगे। मंडी गोविंदगढ़ गए रहे दर्शन करने, वहाँ पर ही ਬਾਬਾ ਜੋਰਾਵਰ ਸਿੰਘ ਦੇ ਸਥਾਨ ਤੇ चलो गुरु कृपा करे कदे आप जी को पंजाब में अमृतसर वगैरह वो दर्शन कराने की बाचार करेंगे हम, कि जहाँ से सारी संगत जाए, ते आप गुरु के वहाँ पे जाके दर्शन करे। ਤੇ ਕਿੱਥੇ ਕਲਕੱਤਾ ਤੇ ਕਿੱਥੇ ਪੰਜਾਬ, ਇੱਥੇ ਇਹਨਾਂ ਦੇ ਪਰਿਵਾਰਾਂ ਦੇ ਘਰ ਵਿੱਚ ਜਾਪ ਚੱਲਦੇ ਪਏ ਨੇ। ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵਾਹਿਗੁਰੂ ਸਿਮਰਨ ਹੁੰਦਾ ਹੈ। ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਨੇ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤੀਆਂ ਨੇ। ਤੇ ਇਹ ਉਹ ਪਰਿਵਾਰ ਹੈ ਜੀ। ਤੇ ਆਪ ਜੀ ਨੂੰ ਨੰਬਰ ਜ਼ਰੂਰ ਬੋਲਣਗੇ ਜੀ। ਤੇ ਆਪ ਜੀ ਆਪਣਾ ਐਡਰੈਸ हाँ जी, ਤੇ ਨੰਬਰ ਬਤਾ दीजिएगा। नंबर है 9432266245।
और एड्रेस क्या है यहाँ का? 34 नंबर महेंद्र बागची रोड, गुरुद्वारा रासवाड़ी। 41 नंबर महेंद्र गुरुद्वारा रासवाड़ी, 41 नंबर महेंद्र बागची रोड, पोस्ट बाली, डिस्ट्रिक्ट हावड़ा। ये पूरा डिटेल है। ठीक। कलकत्ता से कितनी दूर पड़ जाता है? कलकत्ता से ये 7 किलोमीटर है। हाँ बिल्कुल, ਜਿਹੜੇ ਵੀਰ ਕਲਕੱਤਾ ਆਉਂਦੇ ਨੇ, ਕਲਕੱਤਾ ਤੋਂ 7 ਕਿਲੋਮੀਟਰ ਦੇ ਉੱਤੇ ਬਿਲਕੁਲ ਗੰਗਾ ਨਦੀ ਦੇ ਕਿਨਾਰੇ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵੀ ਆਪ ਜੀ ਨੂੰ ਦਰਸ਼ਨ ਕਰਾਉਣ ਲੱਗੇ ਆ ਜੀ। ਹਾਵੜਾ ਤੋਂ ਵੀ 8-9 ਕਿਲੋਮੀਟਰ ਹੈ। ਹਾਵੜਾ ਤੋਂ 8-9 ਕਿਲੋਮੀਟਰ ਹੈ। ਤੇ ਜਿਹੜੇ ਵੀਰ ਆਉਣਾ ਚਾਹੁੰਦੇ ਨੇ ਜਾਂ ਕੋਈ ਪ੍ਰਚਾਰਕ ਆਉਣਾ ਚਾਹੁੰਦੇ, ਕੋਈ ਆਪ ਜੀ ਨੂੰ ਫੋਨ ਨੰਬਰ ਬੋਲ ਹੀ ਦਿੱਤਾ ਤੇ ਉਹ ਆ ਕੇ ਵੀਰ ਜੀ ਨਾਲ ਲਿੰਕ ਕਰ ਸਕਦੇ ਨੇ। ਹੋਰ ਵੀ ਆਪ ਜੀ ਨੂੰ ਅਸੀਂ ਸਥਾਨਾਂ ਦੇ ਦਰਸ਼ਨ ਕਰਾਉਂਦੇ ਰਵਾਂਗੇ। ਤੇ ਕਿਉਂਕਿ ਵਿੱਚ 4-5 ਦਿਨ ਦਾਸ ਪੰਜਾਬ ਗਿਆ ਹੋਇਆ ਸੀਗਾ, ਅਸੀਂ ਹੁਣ ਫੇਰ ਸਫ਼ਰ ਸ਼ੁਰੂ ਕਰ ਦਿੱਤਾ। ਦਿਨ ਰਾਤ ਲਗਾ ਕੇ ਜਿੱਥੇ ਸਾਨੂੰ ਪਰਿਵਾਰ ਮਿਲਦੇ ਨੇ, ਜਗ੍ਹਾ ਮਿਲਦੀਆਂ ਨੇ, ਉੱਥੇ ਪਹੁੰਚ ਕੇ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਹੜਾ ਇਤਿਹਾਸ ਲਿਖਿਆ ਜਾ ਰਿਹਾ ਉਹ ਆਪ ਜੀ ਤੱਕ ਪਹੁੰਚਾਉਂਦੇ ਰਵਾਂਗੇ ਜੀ। ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ, 97819113 ਤੇ ਅਸੀਂ ਸਭ ਤੋਂ ਵੱਡਾ ਅਸੀਂ ਭੰਗੂ ਜੀ ਦਾ ਜਿਹੜੇ ਕਿ ਪਾਲਤ ਪੁੱਤਰ ਬਾਬਾ ਜੋਰਾਵਰ ਸਿੰਘ ਜੀ, ਜਿਹਦਾ ਦਾਸ ਅਕਸਰ ਇਤਿਹਾਸ ਦੱਸਦਾ ਹੁੰਦਾ, ਗੁਰੂ ਗੋਬਿੰਦ ਸਿੰਘ ਜੀ ਦੇ ਗੋਦ ਲਿੱਤਾ ਪੁੱਤਰ, ਜੋ ਕਿ ਚਤੌੜਗੜ੍ਹ ਸ਼ਹੀਦ ਹੋਏ ਸੀ ਜਾ ਕੇ, ਤੇ ਪਿੰਡ ਡੜਹੇੜੀ ਉਹਨਾਂ ਦਾ ਅਸਥਾਨ ਹੈ। ਇਹ ਉੱਥੋਂ ਉਹਨਾਂ ਦੇ ਅਸਥਾਨ ਦੀ ਵੀ ਸੇਵਾ ਨਿਭਾਉਂਦੇ ਨੇ ਤੇ ਉੱਥੋਂ ਪਰਿਵਾਰਾਂ ਦੇ ਨਾਲ ਜੁੜੇ ਹੋਏ ਨੇ ਤੇ ਇੱਥੇ ਕਲਕੱਤੇ ਵਿੱਚ ਆ ਕੇ ਵਸੇ ਹੋਏ ਨੇ। ਤੇ ਹਰ ਸਾਲ ਡੜਹੇੜੀ ਦੇ ਵਿੱਚ ਕਿਹੜੀ ਤਰੀਕ ਨੂੰ ਹੋਲਾ ਮਹੱਲਾ ਮਨਾਇਆ ਜਾਂਦਾ। ਪਾਲਤ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੋਦ ਲਿੱਤਾ ਪੁੱਤਰ ਬਾਬਾ ਜੋਰਾਵਰ ਸਿੰਘ ਜੀ, ਇਹ ਉਸ ਪਰਿਵਾਰਾਂ ਦੇ ਉੱਥੇ ਜੋ ਗੁਰਦੁਆਰਾ ਸਾਹਿਬ ਬਣਿਆ ਉੱਥੇ ਦੀ ਸੇਵਾ ਸੰਭਾਲ ਵੀ ਕਰਦੇ ਨੇ, ਇੱਥੇ ਵੀ ਆ ਕੇ ਸੇਵਾ ਸੰਭਾਲ ਰੱਖੀ ਹੋਈ ਹੈ ਜੀ। ਸੋ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ, ਜੋ ਤਕਰੀਬਨ ਸਾਡੇ ਨਾਲ ਕਾਫੀ ਟਾਈਮ ਤੋਂ ਹੀ ਸਾਡੀ ਇੱਕ ਟੀਮ ਦੇ ਮੈਂਬਰ ਵੀ ਕਹਿ ਲਈਏ ਸਾਡੇ ਨਾਲ ਜੁੜੇ ਹੋਏ ਨੇ। ਸੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। भगवान साहब भी जाए थी जी पटियाले। भगवान सिंह हमारे ताया का भी नाम था, पूरे हो गए। चलो बाबा जी, कोई गल नहीं अपने विजी थोड़ा जिथे बैठो।